प्यारे दर्शकों, सत श्री अकाल, नमस्कार, आदाब। मैं लाइव शो लेके हाजिर हाँ तुहाडे च। मेरे नाल इस शो दे विच पंजाब हरियाणा हाई कोर्ट के उगे वकील हरचंद सिंह बाठ हैं ते असी कुछ अहम मुद्दों बारे अज गलबात करांगे। कोई तकनीकी कारणों करके साडा जिहड़ा प्रोग्राम है थोड़ा लेट शुरू होया, उहदे लई असी माफ़ी चाहुंदे हां। ते मैं बाठ साहब तो जानना चाहांगा कि पंजाब के जिहड़े साबका DGP है सुमेश सैनी, जिन्हां ने एक पटीशन पाई हुई है सुप्रीम कोर्ट दे विच भी जिहड़ा मुल्तानी केस आ ये 29 साल पुराना ते इहदे च सियासत हो रही है ते मेरे ये केस जिहड़ा खत्म किया जाए। तुहानूं की लगदा है इस केस बारे की होएगा? दूजा उन एक पंजाब सरकार ने एक होर पटीशन पंजाब हरियाणा हाई कोर्ट दे विच पाई है जिहदे विच उन्हां कहा है, मंग की है कि सैनी नूं जिहड़ी एक हफ्ते की नोट्स देण दी जिहड़ी है वो भी शर्त जी उन्होंने सहूलत दी है वो विदड्रा की जाए क्योंकि वो ये डिजर्व नहीं करता। इन्होंने दोनों मुद्दों पर तुहाडी की राय है? जम्मू साहब जिवें कि पंजाबी च कहंदे हैं ना कि तंद उलझी जाती है, ये जिहड़ा मामला सैनी दा है ना, ये बहुत ही उलझा होया मामला है और ये अजे किसी पासे वाल अजे तक जो है दिख नहीं है कि ये किस पासे वालों ये गल जाऊगी तो ये विचों की निकलूगा। बड़ा रौला पिया, ठीक है कि 29 साल पुरानी जिहड़ी ये घटना हुई है, पर कानून जिहड़ा ये है कि इहो जिहा जुर्म जिहड़ा सीरीयस जुर्म है वो चाहे किन्ने साल भी पुराना होवे, ये सिर्फ इंडिया च नहीं बाकी दुनिया च भी है, चाहे किन्ने साल भी पुराना जिहड़ा जुर्म हो जावे, ਉਹਦੇ जुर्म दे लई जिन्हें कीता है ਉਹਨੂੰ ਜਿਹੜਾ ਵਾ ਉਹ सज़ा मिलनी चाहिदी है, ਉਹਦੇ खिलाफ कार्रवाई जिहड़ी आ ਉਹ शुरू होनी चाहिदी है। ਤੁਹਾਨੂੰ ਦੱਸ ਦਿਆਂ ਕਿ ਜਿਹੜੀ ਸੈਕੰਡ ਵਰਲਡ ਵਾਰ है ਜਦੋਂ ਹਿਟਲਰ ਸੀ जर्मनी ਦੇ ਵਿੱਚ ਉਹਨੂੰ ਕਿੰਨੇ ਸਾਲ ਹੋ ਗਏ, मतलब 70 ਸਾਲ ਦੇ ਕਰੀਬ ਜਿਹੜੇ ਆ ਉਸ ਚੀਜ਼ ਨੂੰ ਹੋ ਗਏ, ਪਰ ਅਜੇ ਵੀ ਜਿਨ੍ਹਾਂ ਨੇ ਉੱਥੇ ਜ਼ੁਲਮ ਕੀਤੇ ਸੀ ਲੋਕਾਂ ਦੇ ਉੱਤੇ ਹਿਟਲਰ ਦੇ ਨਾਲ ਰਲ ਕੇ ਜਾਂ ਉਹਦੇ ਸਹਿਯੋਗੀ ਜਾਂ ਉਹਦੇ EMPLOYE ਜਾਂ ਜਿਹੜੇ ਅੱਗੇ ਹੋ ਕੇ ਜਿਨ੍ਹਾਂ ਨੇ ਕੰਮ ਕੀਤੇ ਸੀ, ਉਹ ਜਿੱਥੇ ਅਜੇ ਵੀ ਕੋਈ ਲੱਭਦਾ ਹੈ ਜਾਂ ਜਿੱਥੇ ਜੁਰਮ ਸਾਬਤ ਹੁੰਦਾ ਕਿ ਹਾਂ ਇਹ ਵੀ ਉਹਦੇ ਵਿੱਚ ਹਿੱਸੇਦਾਰ ਸੀ, ਉਹ 70 ਸਾਲ ਵੀ ਉਹਨਾਂ ਦੇ ਖਿਲਾਫ, ਚਾਹੇ ਉਹਨਾਂ ਦੀ ਉਮਰ ਇਸ ਵੇਲੇ 90-92 ਸਾਲ ਹੋ ਗਈ ਹੋਵੇ ਉਹਨਾਂ ਬੰਦਿਆਂ ਦੀ, ਕਿਉਂਕਿ ਉਸ ਵੇਲੇ ਉਹ 20-22 ਸਾਲ ਦੇ ਜਿਹੜੇ ਯੰਗ ਮੁੰਡੇ ਹੋਣਗੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਜਾਏ। ਇਸੇ ਤਰ੍ਹਾਂ ਦੇ ਨਾਲ ਇਸ ਘਟਨਾ ਦੇ ਵਿੱਚ ਵੀ ਚਾਹੇ 29 ਸਾਲ ਪੁਰਾਣੀ ਹੋ ਗਈ ਹੈ, ਪਰ ਜੇ ਸਾਬਤ ਹੁੰਦਾ ਹੈ ਕਿ ਇੱਕ ਘਿਨਾਉਣਾ ਜੁਰਮ ਕੀਤਾ ਗਿਆ, ਜਾਣ ਬੁੱਝ ਕੇ ਕੀਤਾ ਗਿਆ, ਕਿਸੇ ਦੀ ਜਿਹੜੀ ਹੈ ਉਹਦੀ ਜਾਨ ਲੈਣੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੁਰਮ ਹੈ ਔਰ ਉਸ ਜੁਰਮ ਦੇ ਲਈ ਜਦੋਂ ਅੱਜ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਤਾਂ ਜਿਹੜੇ ਸਾਡਾ ਲੀਗਲ ਸਿਸਟਮ ਹੈ, ਮੈਂ ਪਹਿਲਾਂ ਵੀ ਜੰਮੂ ਸਾਹਿਬ ਕਈ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਕਾਨੂੰਨੀ ਸਿਸਟਮ ਹੈ ਇਹਦੇ ਵਿੱਚ ਬਹੁਤ ਸਾਰੇ ਲੂਪ ਹੋਲ ਹੈ ਜਿਹੜੇ ਕਿ ਐਕਸਪਲੋਇਟ ਜਿਹੜੇ ਹੋ ਰਹੇ ਨੇ। ਪਹਿਲਾਂ ਅਸੀਂ ਬਹੁਤ ਸਾਰੀ ਚਰਚਾ ਹੋਈ ਕਿ ਜਿਹੜਾ ਸੈਣੀ ਨੂੰ ਝਟਕਾ, ਜਿਵੇਂ ਸਾਡੇ ਮੀਡੀਆ ਦੇ ਵਿੱਚ ਆਉਂਦਾ ਹੈ ਨਾ, ਸੈਣੀ ਨੂੰ ਝਟਕਾ, ਇੱਕ ਹੋਰ ਝਟਕਾ, ਉਹ ਪਤਾ ਨਹੀਂ ਕਿੰਨੇ ਕੁ ਝਟਕੇ ਜਿਹੜੇ ਆ ਉਹ ਸਾਰੇ ਕਹਿਣ ਦੇ ਬਾਵਜੂਦ ਅੱਜ ਫਿਰ ਉਹ ਆਰਾਮ ਦੇ ਨਾਲ ਘਰ ਬੈਠਾ। ਸੁਪਰੀਮ ਕੋਰਟ ਦੇ ਵਿੱਚ ਉਹਦੀ ਅਰੈਸਟ ਸਟੇ ਹੋਈ ਹੈ ਔਰ ਉਹ ਕੱਲਾ ਅਰੈਸਟ ਸਟੇ ਤੇ ਨਹੀਂਗਾ, ਉਹ ਉਸ ਦੇ ਨਾਲ ਆਇਆ ਕਿ ਇਹ ਜਿਹੜੀ FIR ਹੋਈ ਆ ਇਹ FIR ਹੀ ਗਲਤ ਹੋਈ ਆ, ਇਸ ਕਰਕੇ FIR ਜਿਹੜੀ ਉਹ ਕੈਂਸਲ ਹੋਣੀ ਚਾਹੀਦੀ ਹੈ। ਔਰ ਸੁਪਰੀਮ ਕੋਰਟ ਨੇ ਕੱਲ ਪਰਸੋਂ ਜਿਹੜੀ ਸੁਣਵਾਈ ਸੀ ਉਹਨਾਂ ਨੇ ਵੀ ਕਹਿਤਾ ਪੰਜਾਬ ਗਵਰਨਮੈਂਟ ਨੂੰ, ਜਿਹੜੇ ਪੇਸ਼ ਹੋਏ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦੇ ਮਿਸਟਰ ਗੋਪਾਲ ਸੁਬਰਾਮਨੀਅਮ, ਉਹਨਾਂ ਨੇ ਵੀ ਕਹਿਤਾ ਕਿ ਗੋ ਸਲੋ, ਵੀ ਇਹਨਾਂ ਰਸ਼ ਨਾ ਕਰੋ, ਇੰਨੀ ਕਾਹਲੀ ਨਾ ਕਰੋ ਕਿ ਅਸੀਂ ਹੁਣ ਇਹਨੂੰ ਚੱਕ ਕੇ ਜਿਹੜਾ ਇਹ ਅੰਦਰ ਦੇਣਾ, ਆਰਾਮ ਨਾਲ ਚੱਲੋ, ਅਸੀਂ ਜਿਹੜਾ ਸੀਜ਼ਡ ਆਫ ਦੀ ਮੈਟਰ, ਅਸੀਂ ਸਾਡੇ ਕੋਲ ਇਹ ਹੁਣ ਮਸਲਾ ਸਾਹਮਣੇ ਹੈ ਤੇ ਅਸੀਂ ਦੇਖਾਂਗੇ ਕੀ ਕਰਨਾ। ਉਸ ਤੋਂ ਬਾਅਦ ਜੰਮੂ ਸਾਹਿਬ ਜਿਹੜੀ ਡਿਵੈਲਪਮੈਂਟ ਹੋਈ ਕਿ ਜਿਹੜੇ 2 FIR ਹੋਰ ਬਹਿਬਲ ਕਲਾਂ ਦੇ ਵਿੱਚ ਤੇ ਬਗਰਾੜੀ ਦੇ ਵਿੱਚ ਜਿਹੜੀਆਂ 2 FIR ਹੋਰ ਸੀ, ਉਹਨਾਂ ਦੇ ਵਿੱਚ ਵੀ ਸੈਣੀ ਨੂੰ ਜਿਹੜਾ ਵਾ ਉਹ ਨੋਮੀਨੇਟ ਕਰ ਦਿੱਤਾ ਗਿਆ ਔਰ ਉਹਦੇ ਵਿੱਚ ਜਿਹੜਾ ਵਾ ਉਸ ਤੋਂ ਪਹਿਲਾਂ ਸੈਣੀ ਨੇ ਕੇਸ ਹਾਈ ਕੋਰਟ ਚ ਪਾਇਆ ਸੀ ਕਿ ਮੇਰੇ ਖਿਲਾਫ ਹੋਰ ਵੀ ਕੇਸ ਜਿਹੜੇ ਬਹੁਤ ਸਾਰੇ ਦਰਜ ਹੋਣੇ ਆ, ਇਸ ਕਰਕੇ ਮੈਨੂੰ ਜਿਹੜਾ ਇਹ ਰਾਹਤ ਦਿੱਤੀ ਜਾਵੇ ਕਿ ਜੇ ਕੋਈ ਕੇਸ ਜਿਹੜਾ ਹੋਰ ਵੀ ਦਰਜ ਹੁੰਦਾ ਹੈ ਤਾਂ ਉਸ ਕੇਸ ਦੇ ਲਈ ਮੈਨੂੰ ਘੱਟੋ ਘੱਟ 1 ਹਫ਼ਤੇ ਦਾ ਨੋਟਿਸ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਮੈਂ ਆਪਣੀ ਜਿਹੜੀ ਵੀ ਕੋਈ ਮੇਰਾ ਰਿਲੀਫ ਹੈ ਜਾਂ ਜਿਹੜੀ ਮੇਰੀ ਕੋਈ ਲੀਗਲ ਰੈਮਡੀ ਮੈਨੂੰ ਅਵੇਲੇਬਲ ਹੈ ਮੈਂ ਉਹਦੇ ਮੁਤਾਬਕ ਕਰ ਸਕਾਂ। ਔਰ ਉਹ ਜਿਹੜਾ ਕੇਸ ਹੈ ਅਜੇ ਪੈਂਡਿੰਗ ਹੈ, ਉਹਦੀ ਹਾਈ ਕੋਰਟ ਦੇ ਵਿੱਚ ਕੱਲ ਤਰੀਕ ਸੀ, ਕੱਲ ਜਾਂ ਪਰਸੋਂ, ਉਹਦੇ ਵਿੱਚ ਫਿਰ ਜਿਹੜਾ ਪੰਜਾਬ ਗਵਰਨਮੈਂਟ ਜਿਹਨੇ ਆਪਣਾ ਰਿਪਲਾਈ ਦਿੱਤਾ, ਪੰਜਾਬ ਗਵਰਨਮੈਂਟ ਨੇ ਕੋਈ ਕੇਸ ਨਹੀਂ ਪਾਇਆ ਹੈ ਜੰਮੂ ਸਾਹਿਬ, ਪੰਜਾਬ ਗਵਰਨਮੈਂਟ ਨੇ ਉਸੇ ਕੇਸ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਕਿ ਇਹ ਜਿਹੜੀ ਉਹਨੂੰ ਰਾਹਤ ਮਿਲੀ ਆ 1 ਹਫ਼ਤੇ ਵਾਲੀ, ਇਹ ਰਾਹਤ ਜਿਹੜੀ ਹੈ ਉਹਨੂੰ ਕੈਂਸਲ ਕੀਤਾ ਜਾਵੇ
ਤੇ ਸਾਨੂੰ ਇਜਾਜ਼ਤ ਹੋਵੇ ਕਿ ਜੇ ਕੋਈ ਕੇਸ ਉਹਦੇ ਖਿਲਾਫ ਹੁੰਦਾ ਹੈ ਤਾਂ ਅਸੀਂ ਉਸ ਨੂੰ ਜਿਹੜਾ ਇਮੀਡੀਏਟ ਫੜ ਲਈਏ। ਪਰ ਉਹ ਅਜੇ ਤੱਕ ਰਾਹਤ ਉਹਨੂੰ ਉਸੇ ਦੀ ਉਸੇ ਤਰ੍ਹਾਂ ਹਾਈ ਕੋਰਟ 'ਚੋਂ ਕਾਇਮ ਹੈ ਕਿ ਜੇ ਕੋਈ ਵੀ ਕੇਸ ਇਹ ਇਹੋ ਜਿਹੀ ਜੰਮੂ ਸਾਹਿਬ ਇਹੋ ਜਿਹੀ ਜਿਹੜੀ ਰਾਹਤ ਹੈ ਨਾ, ਇਹੋ ਜਿਹਾ ਜਿਹੜਾ ਰਿਲੀਫ ਹੈ, ਇਹ ਬਹੁਤ ਹੀ ਰੇਅਰ ਟੂ ਰੇਅਰ ਜਿਹਨੂੰ ਅਸੀਂ ਕਹਿ ਦਈਏ ਨਾ, ਉਹਨਾਂ ਹਾਲਾਤਾਂ ਦੇ ਵਿੱਚ ਮਿਲਦਾ ਵਾ। ਆਮ ਤੌਰ ਤੇ ਤਾਂ ਮੈਂ ਇਹ ਦੱਸਦੇ ਆ ਕਿ ਜਿਹੜੇ ਮੈਟਰੀਮੋਨੀਅਲ ਕੇਸ ਹੈ, ਦਾਜ ਦਹੇਜ ਦੇ ਕੇਸ ਹੈ, ਉਹਨਾਂ ਦੇ ਵਿੱਚ ਵੀ ਜਦੋਂ ਜਿਹੜੇ ਆ ਨਾ ਉਹ ਦੋਸ਼ੀ ਆਉਂਦੇ ਆ ਕਿ ਸਾਨੂੰ 1 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ ਤਾਂ ਕੋਈ ਨਹੀਂ ਦਿੰਦਾ। ਇੱਕ ਬਹੁਤ ਹੀ ਐਕਸਟਰਾ ਆਰਡੀਨਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਇਹੋ ਜਿਹਾ ਵੱਡਾ ਰਿਲੀਫ ਦਿੱਤਾ ਕਿ ਉਹਦੀ ਪੂਰੇ ਸਰਵਿਸ ਕੈਰੀਅਰ ਦੇ ਵਿੱਚ ਉਹਦਾ ਜਿਹੜਾ ਇੱਥੋਂ ਤੱਕ ਉਹਦਾ ਜਿਹੜਾ ਡੋਮੇਨ ਹੈ, ਉਹਦਾ ਜਿਹੜਾ ਫਰੇਮਵਰਕ ਹੈ, ਉਹ ਐਡਾ ਵੱਡਾ ਵਿਸ਼ਾਲ ਹੈ ਕਿ ਪੂਰੇ ਉਹਦੇ ਸਰਵਿਸ ਕੈਰੀਅਰ ਦੇ ਦੌਰਾਨ ਕਿਤੇ ਵੀ ਉਹਨੇ ਕੋਈ ਮਾੜੀ ਚੰਗੀ ਘਟਨਾ ਕੀਤੀ ਹੈ, ਜੇ ਉਹਦੇ ਸਬੰਧ ਦੇ ਵਿੱਚ FIR ਹੁੰਦੀ ਆ ਤਾਂ ਉਹਨੂੰ ਇਮੀਡੀਏਟ ਅਰੈਸਟ ਨਹੀਂ ਕੀਤਾ ਜਾ ਸਕਦਾ। ਉਹਨੂੰ 1 ਹਫ਼ਤੇ ਦਾ ਨੋਟਿਸ ਦੇਣਾ ਪਊਗਾ। 1 ਹਫ਼ਤੇ ਦੇ ਨੋਟਿਸ ਦਿੱਤਾ, ਇਹਦਾ ਮਤਲਬ ਹੈ ਕਿ ਫਿਰ ਉਹਦੇ ਕੋਲ ਜਿਹੜਾ ਚੈਨਲ ਖੁੱਲ੍ਹਾ, ਜਿਵੇਂ ਪਹਿਲਾਂ ਖੁੱਲ੍ਹਾ ਸੀ, ਉਹ ਗਾਇਬ ਹੋ ਗਿਆ। ਤੇ ਉਸੇ ਤਰ੍ਹਾਂ ਫਿਰ ਉਹ ਜਿਹੜਾ ਆਪਦੀ ਐਂਟੀਸਪੇਟਰੀ ਬੇਲ ਲੈ ਸਕਦਾ, ਬਾਰੋ-ਬਾਰ ਜ਼ਮਾਨਤ ਲੈ ਸਕਦਾ, ਅਰੈਸਟ ਸਟੇ ਕਰ ਸਕਦਾ। ਤੁਸੀਂ ਵੇਖੋ ਜੰਮੂ ਸਾਹਿਬ ਕਿੰਨਾ ਚਿਰ ਹੋ, ਜਦੋਂ ਹਾਈ ਕੋਰਟ ਤੋਂ ਉਹਦੀ ਜ਼ਮਾਨਤ ਰਿਜੈਕਟ ਹੋ ਗਈ ਤੇ ਸੁਪਰੀਮ ਕੋਰਟ ਤੋਂ ਉਹਨੂੰ ਰਾਹਤ ਮਿਲੀ, ਅਰੈਸਟ ਸਟੇ ਹੋਈ, ਉਸ ਦਰਮਿਆਨ ਜਿਹੜਾ ਕਿੰਨਾ ਵਕਫਾ ਸੀ, ਇੱਕ ਲਗਭਗ 2 ਹਫ਼ਤੇ ਦਾ ਵਕਫਾ ਸੀ। ਹੁਣ ਉਹ 2 ਹਫ਼ਤੇ ਕਿੱਥੇ ਰਿਹਾ? ਕੀ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਗੱਲ ਨੂੰ ਐਕਸਪੋਜ਼ ਕੀਤਾ, ਨੰਗਾ ਕੀਤਾ? ਕਿਉਂਕਿ ਉਹ ਤਾਂ ਹੁਣ ਅਰੈਸਟ ਦੁਬਾਰਾ ਜਿਹੜਾ ਵਾ ਪੇਸ਼ ਹੋ ਗਿਆ, ਜਾ ਕੇ ਕੋਰਟ ਦੇ ਵਿੱਚ ਵੀ ਮੋਹਾਲੀ 'ਚ ਪੇਸ਼ ਹੋ ਗਿਆ, ਪੁਲਿਸ ਅੱਗੇ ਵੀ ਪੇਸ਼ ਹੋ ਗਿਆ ਜਦੋਂ ਹਾਈ ਕੋਰਟ ਤੋਂ ਉਹਨੂੰ ਰਿਲੀਫ ਮਿਲ ਗਈ ਕਿ ਅਰੈਸਟ ਜਿਹੜੀ ਹੈ ਸਟੇ ਉਹਦੀ ਹੋ ਗਈ। ਹੁਣ ਉੱਥੇ ਕਿੰਨੇ ਪਨਾਹ ਦਿੱਤੀ ਉਸ ਨੂੰ, ਕਿੰਨੇ ਸ਼ੈਲਟਰ ਦਿੱਤਾ 15 ਦਿਨਾਂ ਤੱਕ, ਕਿੱਥੇ ਕਿਹਦੇ ਕੋਲ ਰਿਹਾ, ਔਰ ਉਹ ਕਿਹੜੇ ਜ਼ਿੰਮੇਵਾਰ ਸੀ? ਆਮ ਹਾਲਤਾਂ 'ਚ ਤਾਂ ਕੋਈ ਮਾੜਾ ਜਿਹਾ ਬੰਦਾ ਜਿਹੜਾ ਆਉਂਦਾ ਵਾ ਉਹ ਸਾਰੇ ਦੇ ਸਾਰੇ ਚੱਕ ਕੇ, ਜਿਹਦੇ ਵੀ ਕਿਤੇ ਵੀ ਕੋਈ ਰਿਹਾ ਹੁੰਦਾ ਰਿਸ਼ਤੇਦਾਰ, ਕੋਈ ਹੋਰ ਸੱਜਣ ਮਿੱਤਰ, ਚੱਕ ਕੇ ਉਹਨਾਂ ਨੂੰ ਜਿਹੜਾ ਅਰੈਸਟ ਕਰਕੇ ਤੇ ਉਹਨਾਂ 'ਤੇ ਵੀ ਕੇਸ ਪਾਇਆ ਜਾਂਦਾ ਕਿ ਇਹਨਾਂ ਨੇ ਸ਼ੈਲਟਰ ਦਿੱਤਾ ਸੀ। ਪਰ ਇਸ ਕੇਸ ਦੇ ਵਿੱਚ ਫਸਟ ਥਿੰਗ ਕਿ ਉਹਦੇ ਕੋਲ Z+ ਸਿਕਿਉਰਿਟੀ ਆ, ਉਹ ਗਾਇਬ ਕਿਵੇਂ ਹੋ ਗਿਆ? ਇਹ ਸਾਰੇ ਪੰਜਾਬ ਦੇ ਪੁਲਿਸ ਆਫੀਸਰ ਜਿਹੜੇ ਉੱਥੇ ਲੱਗੇ ਨੇ, SP ਰੈਂਕ ਤੱਕ ਦੇ, DSP ਰੈਂਕ ਤੱਕ ਦੇ ਜਿਹੜੇ ਸਿਕਿਉਰਿਟੀ 'ਚ ਰੱਖੇ ਨੇ, ਕੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਇਆ? ਕਿ ਜਦੋਂ ਤੁਸੀਂ ਇੱਕ ਬੰਦੇ ਦੀ ਸਿਕਿਉਰਿਟੀ ਦੇ ਲਈ Z+ ਸਿਕਿਉਰਿਟੀ ਇਜ਼ ਵੈਰੀ ਇੰਪੋਰਟੈਂਟ। ਪ੍ਰੋਫੈਸ਼ਨਲ ਬੰਦੇ ਉੱਥੇ ਜਿਹੜੇ ਡਿਪਿਊਟ ਕੀਤੇ ਆ, ਵੀ ਉਹ ਕਿੱਥੇ ਗਾਇਬ ਹੋ ਗਿਆ, ਡਿਸਪੀਅਰ ਹੋ ਗਿਆ, ਹਵਾ ਦੇ ਵਿੱਚ ਤਾਂ ਨਹੀਂ ਚਲਾ ਗਿਆ ਜਾਂ ਜ਼ਮੀਨ ਦੇ ਥੱਲੇ ਹੋ ਗਿਆ? ਅਕਸਰ ਉਹਨਾਂ ਦੀ ਜਿਹੜੀ ਆ ਉਹ ਸੁਰੱਖਿਆ ਛਤਰੀ ਜਿਹੜੀ ਆ ਉਹਦੇ ਥੱਲੇ ਸੀ, ਕਿੱਥੇ ਹੋ ਗਿਆ? ਉਹਦੀ ਕੋਈ ਜਾਂਚ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ। ਉਹ ਨੈਕਸਟ 15 ਦਿਨ ਕਿੱਥੇ ਰਿਹਾ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਕੋਈ ਗੱਲ ਨਹੀਂ। ਇਸ ਤੋਂ ਲੱਗ ਰਿਹਾ ਕਿ ਇਹ ਸਮਾਂ ਉਹਦੇ ਲਈ ਬਹੁਤ ਚੰਗਾ ਬੀਤ ਰਿਹਾ ਔਰ ਅਜੇ ਤੱਕ ਅੱਗੇ ਕੋਈ ਦਿਸ ਨਹੀਂ ਰਿਹਾ ਕੁਛ ਵੀ ਜਿਹੜਾ ਵਾ, ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਗੁਫਾ ਹਨੇਰੇ ਦੀ ਹੈ ਤੇ ਉਹਦੇ ਵਿੱਚੋਂ ਅੱਗੇ ਜਿਹੜਾ ਇੱਕ ਚਾਨਣ ਦੀ ਕਿਰਨ ਨਜ਼ਰ ਆਵੇ। ਇਸ ਕੇਸ ਦੇ ਵਿੱਚ ਇੱਕ ਜਿਹੜਾ ਪੂਰੇ ਦਾ ਪੂਰਾ ਕੇਸ ਹੈ, ਟੋਟਲ ਕੇਸ ਜਿਹੜਾ ਵਾ ਇੱਕ ਜਿਹੜੀ ਅੰਧੇਰੀ ਗੁਫਾ ਹੈ ਉਹਦੇ ਵਿੱਚ ਫਸਿਆ ਬੈਠਾ ਵਾ। ਇਹਨੇ ਕਿੱਧਰ ਨੂੰ ਜਾਣਾ ਵਾ, ਕਿਵੇਂ ਨਿਕਲਣਾ, ਇਹਦੇ ਬਾਰੇ ਅਜੇ ਕੁਛ ਵੀ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। इसका मतलब सैनी की गिरफ्तारी होएगी नहीं, मैंने तो ये लगता है मतलब भी जम्मू साहब मैं याद है तुहानू आपां इत्थे गल कीती सी, तुसीं यही सवाल उदों पुछया, मैं उदों भी तुहानू ये जवाब दिता सी जे अपनी YouTube दे उत्ते पए होए ने अपनी जिहड़ी डिबेट्स ने, मैं उदों भी कहा सी कि मैनू लग रहा कि एक बहुत ही औखा काम है, बहुत ही औखा काम है इस बंदे नू अरेस्ट करना। इहदी पहुंच ਤੇ ਇਹਦਾ ਪ੍ਰਭਾਵ ਬਹੁਤ ਉੱਪਰ ਤੱਕ ਹੈ। ਇਨ ਕੇਸ ਮੈਂ ਕਿਹਾ ਸੀ ਕਿ ਜੇ ਇਹ ਅਰੈਸਟ ਹੋ ਜਾਂਦਾ ਹੈ ਕਿਸੇ ਕਾਰਨ ਕਰਕੇ ਤਾਂ ਇੱਕ ਬਹੁਤ ਵੱਡੀ ਘਟਨਾ ਹੋਊਗੀ ਕਿ ਉਹ ਸੈਣੀ ਜਿਹੜਾ ਅਰੈਸਟ ਹੋ ਗਿਆ। ਪਰ ਮੈਨੂੰ ਇਹਦੀ ਜਿਹੜੀ ਆ ਕੋਈ ਬਹੁਤੀ ਆਸ ਜੇ ਮੈਂ ਕਹਿ ਦੇਵਾਂ ਤੇ ਇਸ ਸਮੇਂ ਕੋਈ ਨਹੀਂ ਹੈ, ਕਿਉਂਕਿ ਉਹਦੇ ਕੋਲ ਬਿਲਕੁਲ ਰਿਲੀਫ ਜਿਹੜਾ ਉਹ ਮਿਲਿਆ ਹੋਇਆ। ਬਲਕਿ ਉਹ ਕੇਸ ਜਿਹੜਾ ਤੁਸੀਂ ਵੇਖੋ, ਇੱਕ ਤਾਂ ਜ਼ਮਾਨਤ ਹੈ ਨਾ, ਇੱਕ ਤਾਂ ਜ਼ਮਾਨਤ ਮਿਲ ਗਈ, ਚਲੋ ਅਰੈਸਟ ਸਟੇ ਹੋ ਗਈ, ਕੇਸ ਚੱਲੇਗਾ। ਉਹ ਤਾਂ ਕਹਿ ਰਿਹਾ ਕਿ ਕੇਸ ਹੀ ਗਲਤ ਬਣਿਆ, ਇਹ ਬੁਨਿਆਦ ਹੀ ਗਲਤ ਹੈ, ਇਹ ਕੇਸ ਹੀ ਮੁੱਢੋਂ ਕਸੁੱਡੋਂ ਸਾਰਾ ਕੁਝ ਹੀ ਜਿਹੜਾ ਹੈ ਉਹ ਕੈਂਸਲ ਹੋ ਰਿਹਾ। ਔਰ ਮੈਂ ਯਾਦ ਕਰਾ ਦਿਆਂ ਕਿ ਇਸ ਤੋਂ ਪਹਿਲਾਂ ਵੀ ਇਹੀ ਕੇਸ ਜਿਹਦੇ ਵਿੱਚ CBI ਕੋਲੇ ਕੇਸ ਸੀ, CBI ਨੇ ਇਨਵੈਸਟੀਗੇਸ਼ਨ ਕੀਤੀ ਸੀ, CBI ਨੇ FIR ਦਰਜ ਕੀਤੀ ਸੀ ਔਰ ਉਸ ਵੇਲੇ ਵੀ ਉਹ ਕੇਸ ਜਿਹੜਾ ਸੁਪਰੀਮ ਕੋਰਟ ਨੇ ਖਾਰਜ ਕਰਤਾ ਸੀ ਕਿ ਕੇਸ ਜਿਹੜਾ ਵਾ ਇਹਦੇ ਵਿੱਚ ਜਿਹੜੇ ਟੈਕਨੀਕਲਟੀਜ਼ ਫਲਾ ਨੇ, ਇਹ ਕੇਸ ਜਿਹੜਾ ਵਾ ਨਹੀਂ ਚੱਲ ਸਕਦਾ। ਇਸ ਕਰਕੇ ਜਿਹੜਾ ਕੰਪਲੇਨੈਂਟ ਹੈ, ਜਿਹੜਾ ਮੁਦਈ ਹੈ, ਜੇ ਚਾਹੇ ਤਾਂ ਨਵਾਂ ਕੇਸ ਜਿਹੜਾ ਉਹ ਪਾ ਸਕਦਾ। 2011 ਚ ਵੀ ਇਹੀ ਕੇਸ, ਇਹੀ ਫੈਕਟਸ, ਇਹੀ ਘਟਨਾ, CBI ਦੀ ਜਿਹੜੀ ਇਨਵੈਸਟੀਗੇਸ਼ਨ
ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਨਾ ਇੱਕ ਦਿਨ ਅਰੈਸਟ ਹੋਇਆ ਸੀ, ਨਾ ਹੀ ਉਹਨੂੰ ਜਿਹੜਾ ਵਾ ਕਿਸੇ ਇੱਕ ਤਰ੍ਹਾਂ ਦੀ ਕੋਈ ਹੋਰ ਕਾਰਵਾਈ ਉਹਦੇ ਖਿਲਾਫ ਹੋਈ। ਔਰ ਸੁਪਰੀਮ ਕੋਰਟ ਨੇ 2011 ਚ ਉਹ FIR ਜਿਹੜੀ ਸੀ CBI ਦਾ ਕੇਸ ਮੁੱਢੋਂ ਕੁਸੱਡੋ ਖਤਮ ਕਰਤਾ ਸੀ, ਪਰ ਨਾਲ ਕਹਿਤਾ ਸੀ ਵੀ ਦੁਬਾਰਾ ਚੱਲ ਜਾਓ। ਹੁਣ ਦੁਬਾਰਾ ਜਿਹੜਾ ਹੈ ਉਹ 9 ਸਾਲ ਬਾਅਦ ਫਿਰ ਜਿਹੜਾ ਸ਼ੁਰੂ ਹੋਇਆ, ਔਰ ਫਿਰ ਉਹਦੇ ਬਾਅਦ ਉਸੇ ਸੁਪਰੀਮ ਕੋਰਟ ਨੇ ਉਹਦੀ ਅਰੈਸਟ ਸਟੇ ਕਰਤੀ। ਦੂਜਾ ਜਿਹੜਾ ਕੇਸ ਪਾਇਆ, 2 ਕੇਸ ਸੁਪਰੀਮ ਕੋਰਟ ਦੇ ਵਿੱਚ ਹੈ, ਇੱਕ ਤਾਂ ਗ੍ਰਿਫਤਾਰੀ ਤੇ ਜਿਹੜੀ ਰੋਕ ਲੱਗਣ ਦਾ, ਦੂਜਾ ਕੇਸ ਹੈ ਕਿ FIR ਨੂੰ ਹੀ ਖਤਮ ਕੀਤਾ ਜਾਵੇ। ਉਹਦੇ ਚ ਰਿਲੀਫ ਮਿਲ ਗਿਆ, ਉਹਨੂੰ ਅਰੈਸਟ ਸਟੇ ਹੋ ਗਈ। ਦੂਸਰੇ ਵਿੱਚ ਜਿਹੜਾ ਹੈ ਉਹ ਹੋ ਗਿਆ ਜਿਹੜਾ ਜੱਜੀ ਸਾਹਿਬ ਦੀ ਜੋ ਆਬਜ਼ਰਵੇਸ਼ਨ ਹੈ ਕਿ ਗੋ ਸਲੋ, ਜੋ ਪ੍ਰੈਸ ਦੇ ਵਿੱਚ ਆਇਆ ਕਿ ਗੋ ਸਲੋ, ਕੋਈ ਕਾਹਲੀ ਨਾ ਕਰੋ, ਰਸ਼ ਨਾ ਇਹਦੇ ਖਿਲਾਫ ਕਰੋ, ਉਹ ਵੀ ਕਿਸ ਪਾਸੇ ਵੱਲ ਨੂੰ ਅੱਗੇ ਜਾਂਦਾ, ਇਹ ਵੀ ਜਿਹੜਾ ਸਮੇਂ ਤੋਂ ਪਹਿਲਾਂ ਹੋਊਗਾ, ਇਹਦੇ ਉੱਤੇ ਕੋਈ ਗੱਲ ਕਹਿਣੀ। ਭੱਟ ਸਾਹਿਬ, ਅਸੀਂ ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਾਂਜੀ, ਉਹ ਹੈਗਾ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ ਜਿਹੜਾ ਚੱਲ ਰਿਹਾ, ਤੇ ਕਿਸਾਨਾਂ ਨੇ ਕੱਲ ਫੈਸਲਾ ਕੀਤਾ ਵੀ ਅਸੀਂ ਇਸ ਅੰਦੋਲਨ ਨੂੰ ਤੇਜ਼ ਕਰਾਂਗੇ। ਤੇਜ਼ ਕਰਨ ਦੇ ਵੀ ਜਿਵੇਂ ਕੇਂਦਰ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਸਮੇਂ ਕੀਤਾ ਹੈ ਵੀ ਜਿਹੜਾ ਕੇਂਦਰੀ ਸਕੱਤਰ, ਜਿਹੜਾ ਖੇਤੀਬਾੜੀ ਸਕੱਤਰ ਸੀਗਾ ਸੰਜੇ ਅਗਰਵਾਲ, ਉਹਨੇ ਪਹਿਲਾਂ ਕਿਸਾਨਾਂ ਨੂੰ ਕਿਹਾ ਸੀਗਾ ਵੀ ਇਹਦੇ 'ਚ ਮੰਤਰੀ ਵੀ ਆਉਣਗੇ ਤੇ ਮੰਤਰੀਆਂ ਨਾਲ ਵੀ ਗੱਲਬਾਤ ਹੋਏਗੀ, ਤਾਂ ਹੀ ਕਿਸਾਨ ਉੱਥੇ ਮੀਟਿੰਗ ਦੇ ਵਿੱਚ ਗਏ ਸੀਗੇ। ਹੁਣ ਮੰਤਰੀਆਂ ਦੇ ਵੱਖੋ ਵੱਖਰੇ ਐਕਸਕਿਊਜ਼ ਨੇ। ਕੇਂਦਰ ਸਰਕਾਰ ਕਹਿੰਦੀ ਵੀ ਜਿਹੜੇ ਖੇਤੀਬਾੜੀ ਮੰਤਰੀ ਆ ਉਹਨੂੰ ਬਹੁਤ ਜ਼ਰੂਰੀ ਕੰਮ ਹੋ ਗਿਆ, ਇਸ ਕਰਕੇ ਨਹੀਂ ਆ ਸਕੇ। ਵੈਸੇ ਅਸੀਂ 2 ਮੀਟਿੰਗਾਂ ਜਿਹੜੀਆਂ ਰਾਜਨਾਥ ਸਿੰਘ ਨੇ ਕਿਸਾਨਾਂ ਨਾਲ ਕੀਤੀ ਹੈ, ਪਰ ਪੰਜਾਬ ਦੇ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ। ਉੱਥੇ ਬੁਲਾ ਕੇ ਇਹਨੂੰ ਗੱਲਬਾਤ ਨਾ ਕਰਨਾ, ਮਤਲਬ ਗੱਲਬਾਤ ਜਿਹੜੇ ਮੁੱਦਿਆਂ ਤੇ ਹੋਣੀ ਸੀਗੀ ਉਹਦੀ ਥਾਂ ਤੇ ਉਹਨਾਂ ਨੂੰ ਦੱਸਣਾ ਵੀ ਇਹ ਜਿਹੜੇ ਕਾਨੂੰਨ ਬਣ ਗਏ ਆ ਇਹ ਕਿਸਾਨਾਂ ਦੇ ਭਲੇ ਦੇ ਵਿੱਚ ਆ। ਉੱਥੇ ਕਿਸਾਨਾਂ ਨੇ ਕਿਹਾ ਅਸੀਂ ਇਹ ਸੁਣ ਨਹੀਂ ਆਏ, ਅਸੀਂ ਇਹ ਕਹਿਣ ਆਏ ਵੀ ਇਹ ਜਿਹੜੇ ਕਾਨੂੰਨ ਬਣੇ ਇਹਨਾਂ ਨੂੰ ਰੱਦ ਕਰਨ ਦੀ ਲੋੜ ਹੈ। ਤੇ ਜਦੋਂ ਗੱਲਬਾਤ ਅੱਗੇ ਉਹਨਾਂ ਦੇਖਿਆ ਵੀ ਕੋਈ ਮੰਤਰੀ ਤਾਂ ਹੈ ਨਹੀਂਗਾ, ਉਹ ਆਪਣੀ ਗੱਲ ਤੇ ਕਰਕੇ ਤੇ 2 ਮੰਗ ਪੱਤਰ ਦੇ ਕੇ ਆ ਗਏ, ਮਤਲਬ ਗੱਲਬਾਤ ਉਹਨਾਂ ਦੀ ਟੁੱਟ ਗਈ। ਇਹਦੇ ਵਿੱਚ ਕੱਲ ਕਿਸਾਨਾਂ ਨੇ ਮੀਟਿੰਗ ਕੀਤੀ, ਇੱਥੇ ਜਿਹੜੀਆਂ 30 ਜਥੇਬੰਦੀਆਂ ਸੀ, ਉਹਦੇ ਵਿੱਚ ਉਹਨਾਂ ਕਿਹਾ ਵੀ ਕੇਂਦਰ ਸਰਕਾਰ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਆ। ਉਹਨਾਂ ਨੂੰ ਬੁਲਾ ਕੇ ਮੰਤਰੀਆਂ ਨੇ ਕੋਈ ਨੇ ਗੱਲ ਨਹੀਂ ਸੁਣੀ, ਤੇ ਉਵੇਂ ਪੰਜਾਬ ਦੇ ਵਿੱਚ ਮੰਤਰੀ ਫਿਰਦੇ ਆ, ਕੋਈ ਵਰਚੁਅਲ ਮੀਟਿੰਗ ਕਰ ਰਿਹਾ, ਕੋਈ ਕਿਸੇ ਪਾਸੇ ਘੁੰਮ ਰਿਹਾ, ਕਿਸੇ ਦੀ ਅਰੈਸਟ ਹੋ ਰਹੀ ਹੈ, ਮਤਲਬ ਇਸ ਤਰੀਕੇ ਦਾ ਹੈਗਾ। ਤੇ ਇਸ ਕਰਕੇ ਗੁੱਸੇ 'ਚ ਆਏ ਜਿਹੜੇ ਕਿਸਾਨ ਜਥੇਬੰਦੀਆਂ, ਉਹਨਾਂ ਨੇ ਫੈਸਲਾ ਕੀਤਾ ਵੀ ਉਹ ਭਲਕੇ ਜਿਹੜਾ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜਨਗੇ। ਇਹਦੇ ਬਾਰੇ ਤੁਸੀਂ? ਜੰਮੂ ਸਾਹਿਬ, ਜਿਹੜਾ ਅਜੇ ਤੱਕ ਇਸ ਮੂਵਮੈਂਟ ਨੂੰ ਚੱਲਦਿਆਂ ਹੋਇਆਂ ਲਗਭਗ ਮਹੀਨੇ ਦੇ ਨੇੜੇ ਤੇੜੇ ਜਿਹੜਾ ਵਾ ਉਹ ਹੋਣ ਲੱਗਾ, ਅਜੇ ਤੱਕ ਜਿਹੜਾ ਕੇਂਦਰ ਦਾ ਵਤੀਰਾ ਵਾ ਬਹੁਤ ਹੀ ਗੈਰ ਸੰਜੀਦਾ ਵਤੀਰਾ ਜਿਹੜਾ ਵਾ ਉਹ ਚੱਲ ਰਿਹਾ, ਜਿਹਨੂੰ ਅਸੀਂ ਕਹਿ ਦਈਏ ਨਾ ਕਿ ਉਹਨਾਂ ਦੇ ਸਿਰ ਦੇ ਉੱਤੇ ਜੂੰ ਨਹੀਂ ਸਰਕ ਰਹੀ। ਮਤਲਬ ਇਹ ਹਾਲਤ ਕੇਂਦਰ ਸਰਕਾਰ ਦੀ ਜਿਹੜੀ ਬਣੀ ਹੋਈ ਹੈ, ਮੈਂ ਜਿਹੜਾ ਐਪਰੀਸ਼ੀਏਟ ਕਰਦਾ, ਬੜੀ ਸਲਾਹੁਤ ਕਰਦਾ ਵਾਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਬਜਾਏ ਇਹਦੇ ਕਿ ਵੱਖਰੇ ਵੱਖਰੇ ਉਹਨਾਂ ਦੀ ਸੋਚ ਹੈ, ਵੱਖਰੇ ਵੱਖਰੇ ਮਤਭੇਦ ਨੇ, ਵੱਖਰੀਆਂ ਵੱਖਰੀਆਂ ਉਹਨਾਂ ਦੀਆਂ ਇੰਡੀਪੈਂਡੈਂਟ ਜਥੇਬੰਦੀਆਂ ਨੇ, ਇਹਦੇ ਸਾਰੇ ਕੁਝ ਦੇ ਬਾਵਜੂਦ ਪੰਜਾਬ ਦੇ ਤੇ ਪੰਜਾਬ ਦੀ ਕਿਸਾਨੀ ਦੇ ਤੇ ਦੇਸ਼ ਦੀ ਕਿਸਾਨੀ ਦੇ ਲਾਰਜਰ ਇੰਟਰਸਟ, ਜਿਹਨੂੰ ਅਸੀਂ ਕਹਿੰਦੇ ਹਾਂ ਲਾਰਜਰ ਇੰਟਰਸਟ, ਉਹਦੇ ਸਾਹਮਣੇ ਰੱਖਦਿਆਂ ਉਹ ਇਕੱਠੇ ਹੋਏ। ਇਕੱਠੇ ਹੋ ਕੇ ਇਹ ਜਿਹੜਾ ਗੱਲਬਾਤ ਦਾ ਸੱਦਾ ਆਇਆ ਸੀ, ਜਿਹਦੇ ਵਿੱਚੋਂ ਉਸ ਵੇਲੇ ਜਿਸ ਹਿਸਾਬ ਨਾਲ ਗੱਲਬਾਤ ਦਾ ਸੱਦਾ ਉਹ ਦੇ ਰਹੇ ਸੀ, ਪਹਿਲੀ ਵਾਰ ਸੱਦਾ ਆਇਆ, ਕਿਸਾਨਾਂ ਨੇ ਰਿਜੈਕਟ ਕਰਤਾ ਕਿ ਨਹੀਂ ਅਸੀਂ ਜਿਹੜੀ ਹੈ ਸੈਕਟਰੀ ਸੁਕਟੀ ਜਿਹੜੇ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ, ਕੋਈ ਪੋਲੀਟੀਕਲ ਬੰਦਾ, ਕੋਈ ਸਰਕਾਰ ਦਾ ਮੰਤਰੀ ਗੱਲ ਕਰੇ। ਨੈਕਸਟ ਟਾਈਮ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਹਾਂ ਗੱਲਬਾਤ ਤੁਹਾਡੀ ਜਿਹੜੀ ਹੈ ਕਰਾਈ ਜਾਏਗੀ ਖੇਤੀ ਮੰਤਰੀ ਦੇ ਨਾਲ। ਪਰ ਇਸ ਬਾਵਜੂਦ ਇਸ ਗੱਲ ਦੇ ਕਿ ਕਿਸਾਨਾਂ ਨੂੰ ਸ਼ੰਕਾ ਸੀ ਕਿ ਇਹ ਕਰਾਉਣਗੇ ਜਾਂ ਨਹੀਂ ਕਰਾਉਣਗੇ, ਪਰ ਉਹਨਾਂ ਨੇ ਵਾਜਬ ਸਮਝਿਆ ਕਿ ਅਸੀਂ ਜਾਈਏ ਤੇ ਉੱਥੇ ਜਾ ਕੇ ਪਹੁੰਚ ਕੇ ਤੇ ਗੱਲ ਜਿਹੜੀ ਸੁਣੀਏ, ਤਾਂ ਕਿ ਕੱਲ ਨੂੰ ਇਹ ਇਲਜ਼ਾਮ ਨਾ ਲੱਗੇ ਸਾਡੇ ਤੇ ਕਿ ਅਸੀਂ ਕੇਂਦਰ ਸਰਕਾਰ ਜਿਹੜੀ ਹੈ, ਅਸੀਂ ਤਾਂ ਕਿਸਾਨਾਂ ਨੂੰ ਸੱਦਾ ਦਿੰਦੇ ਸੀ ਗੱਲਬਾਤ ਦਾ, ਪਰ ਉਹ ਨਹੀਂ ਸੀ ਆਉਂਦੇ, ਉਹ ਬਜਿੱਦ ਸੀ, ਇਸ ਕਰਕੇ ਉਹ ਤਾਂ ਗੱਲਬਾਤ ਦੇ ਕਰਨ ਦੇ ਹੱਕ 'ਚ ਨਹੀਂ ਹੈ, ਉਹ ਤਾਂ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ, ਉਹ ਤਾਂ ਦੇਸ਼ ਦਾ ਮਾਹੌਲ ਵਿਗਾੜ ਰਹੇ ਨੇ। ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਜਿਹੜਾ ਵਾ ਉਹ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕੇਂਦਰ ਦੀ ਸਰਕਾਰ ਨੇ ਤੇ ਬਾਕੀ ਏਜੰਸੀਆਂ ਨੇ ਕਰਨਾ ਸੀ। ਉਹਨਾਂ ਨੇ ਬਹੁਤ ਵਧੀਆ ਕਦਮ ਚੁੱਕਿਆ, ਉਹਨਾਂ ਨੇ ਕਿਹਾ ਕਿ ਜਾਵਾਂਗੇ ਅਸੀਂ, ਜੋ ਵੀ ਹੋਵੇ, ਆਉਂਦਾ ਖੇਤੀਬਾੜੀ ਮੰਤਰੀ ਨਹੀਂ ਆਉਂਦਾ, ਪਰ ਅਸੀਂ ਜਿਹੜਾ ਵਾ ਇਹਨਾਂ ਨੇ ਵਿਸ਼ਵਾਸ ਦਵਾਇਆ, ਉਸ ਵਿਸ਼ਵਾਸ ਦੇ ਬੇਸ ਤੇ ਅਸੀਂ ਦਿੱਲੀ ਦੇ ਵਿੱਚ ਗੱਲਬਾਤ ਕਰਨ ਜਾਵਾਂਗੇ। ਪਰ ਉਹੀ ਹੋਇਆ, ਉਹੀ ਗੱਲ ਹੋਈ ਜਿਹੜਾ ਸ਼ੰਕਾ ਸੀ, ਨਹੀਂ ਆਇਆ। ਬਜਾਏ ਇਸ ਦੇ ਕਿ ਕਿਸਾਨਾਂ ਦੀ ਗੱਲ ਪ੍ਰੋਪਰ ਤਰੀਕੇ ਨਾਲ ਸੁਣੀ ਜਾਵੇ, ਉਹਨਾਂ ਨੂੰ ਲੰਮਾ ਚੌੜਾ ਲੈਕਚਰ, ਜਿਹੜਾ ਬਣਿਆ ਬਣਾਇਆ ਲੈਕਚਰ ਹੈ, ਉਹ ਆਦਮੀ ਦੇ ਰਹੇ ਨੇ ਜਿਨ੍ਹਾਂ ਨੂੰ ਕਿਸਾਨੀ ਦੀਆਂ ਸਮੱਸਿਆਵਾਂ ਦੇ ਬਾਰੇ ABC ਪਤਾ ਨਹੀਂ। ਚਾਹੇ ਉਹ ਸੈਕਟਰੀ ਸੰਜੇ ਅਗਰਵਾਲ,
जिन्हें कदे खेत जाके ਜਿਹੜਾ देखिया तक नहीं, जिन्हों ये पता नहीं होना कि कणक का ਜਿਹੜਾ सिट्टा वा वो उपर लगता कि जमीन के थले आलू वांगू कणक जी निकलती। मतलब कोई ਜਿਹੜੇ रीयल प्रॉब्लम ਜਿਹੜੀਆਂ किसानां ਦੀਆਂ ਜਿਹੜੇ ਉਹ फेस कर रहे हैं, जिस दे खिलाफ वो लड़ रहे हैं, ਉਹਦੀ ABC ਜਿਹੜੀ ਆ ਊੜਾ ਐੜਾ ਇਹਨਾਂ ਅਫਸਰਸ਼ਾਹੀ ਨੂੰ ਦਿੱਲੀ 'ਚ ਬੈਠੇ ਜਿਹੜੇ ਆਪਦੇ ਏਸੀ ਕਮਰਿਆਂ 'ਚ ਰਹਿੰਦੇ ਆ, ਜਿਨ੍ਹਾਂ ਨੂੰ ਕੋਈ ਲਾਕਾ ਦੇਕਾ ਨਹੀਂ, ਲੋਕਾਂ ਦੇ ਨਾਲ ਕੋਈ ਮਿਲਣ ਵਰਤਣ ਨਹੀਂ, ਕਿਤੇ ਫੀਲਡ ਦੇ ਵਿੱਚ ਨਹੀਂ ਗਏ ਤੇ ਹਵਾ ਦੇ ਵਿੱਚ ਜਿਹੜੀ ਆ ਸਾਰੇ ਹਵਾ 'ਚ ਕਿਲੇ ਬਣਾ ਕੇ ਉਹ ਬੈਠੇ ਨੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ, ਮੈਂ ਕਹਾਂਗਾ ਕਿ ਸੰਜੇ ਅਗਰਵਾਲ ਦਾ ਜਾਂ ਸੈਕਟਰੀ ਦਾ ਕਸੂਰ ਨਹੀਂਗਾ, ਇਹ ਸੈਂਟਰ ਗਵਰਨਮੈਂਟ ਦੀ ਇੱਕ ਅਪਰੋਚ ਹੈ। ਉਹਨਾਂ ਨੇ ਕਿਸਾਨਾਂ ਦੇ ਪ੍ਰਤੀ ਇੱਕ ਵਤੀਰਾ सोच समझ के वतीरा बनाया कि असी आ कानून बनाता जे, कर लो जो करना। यह जिहड़ा वतीरा वा इस तरह सरकारां जिहड़ियां नहीं चलदियां। तुसीं जिन्हां दे हक च कहिंदे हो कि कानून बनाया, उस कानून नूं जिहड़े सारे लोग इकट्ठे होके कहिंदे कि नहीं ये साडे हक च नहीं है, जो सारे कहिंदे हो उन्हां दी गल सुनो। क्यों नहीं? मैं समझदा कि बड़ा जम्मू साहब एडा बड़ा इशू है ना। बाकी वेखो, तुसीं वेख लोगे प्रधानमंत्री साहब की किते फोटो आ रही है, किते हिरन दे नाल जिहड़ा कर रहा, किते मोर दे गाना खवा रहा, किते मन की बात जिहड़ी है वो पता नहीं आपदे मन की बात कित्थों कढ़दे ने प्रधानमंत्री साहब ते की गल कहिंदे ने। पर मन की बात अपनी ना नहीं काम चलदा है। मन की बात जिहड़ी है लोकां दी भी सुनो, लोकां दी आवाज़ जिहड़ी कलैक्टिव आवाज़ है, जिहड़ी सांझी आवाज़ है, सारे पंजाब हरियाणा ते देश के किसानों की जिहड़ी सांझी आवाज़ है, उन्हां दे जिहड़ी मन की बात है वो सुन के क्यों नहीं बुलाउंदे इन्हां नूं? इस को साडे दुश्मन है किसान, इन्होंने तो इस तरीके नाल बना रहे हैं कि जिहड़ा रौला पा रहे हैं कि तो साडे देश के दुश्मन ने। एक बयान भी पिछे जे सेंट्रल गवर्नमेंट ने ऐसी कहा जिहड़े सारे लोग कर रहे हैं ना, ये देश के जिहड़े फौजी ने वो तो उन्हां दे विरोध दे विच है, ये देश के नौजवानों के विरोध दे विच है, ये बाकी विरोध दे विच है। तुसीं देखो वो लोग ਜਿਹੜੇ ਤੁਹਾਡਾ पूरे देश का ਜਿਹੜਾ ਵਾ ਉਹ पेट भरते हैं, ਜਿਹੜਾ पूरे देश का अन्नदाता है, और उन्हां दे ही बेटे, उन्हां दे ही भरा ਜਿਹੜੇ ਆ ਜਾਂ ਬੱਚੇ ਜਿਹੜੇ ਆ ਉਹ ਬਾਰਡਰਾਂ ਦੇ ਉੱਤੇ ਜਾ ਕੇ, ਚਾਹੇ ਪਾਕਿस्तान ਦਾ, ਚਾਹੇ ਜਿਹੜਾ ਵਾ ਚੀਨ ਦਾ ਹੋਵੇ, ਚਾਹੇ ਕਿਤੇ ਵੀ ਕਨਫਲਿਕਟ ਹੋਇਆ ਹੋਵੇ, ਉੱਥੇ ਦੇਸ਼ ਦੀ ਰੱਖਿਆ ਕਰਦੇ ਆ, ਉੱਥੇ ਆਪਦੀਆਂ ਜਾਨਾਂ ਕੁਰਬਾਨ ਕਰਦੇ ਆ। ਆ ਵੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਜਦੋਂ ਵੀ ਕੋਈ ਸੰਕਟ ਹੋ ਰਿਹਾ, ਕਦੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਬੇਟਾ ਉਹਦੀ ਸ਼ਹਾਦਤ ਹੋਈ ਹੈ, ਕਦੇ ਅੰਮ੍ਰਿਤਸਰ ਦੇ ਵਿੱਚ ਹੈ, ਕਦੇ ਤਰਨਤਾਰਨ ਦੇ ਵਿੱਚ ਹੈ, ਕਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਹੈ। ਦੋਨੋਂ ਪਾਸੇ ਇੱਕ ਜਿਹੜਾ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਨਾ, ਉਹਨਾਂ ਨੂੰ ਜਿਹੜਾ ਵਾ ਸੁਰੱਖਿਅਤ ਰੱਖਣਾ, ਦੂਜਾ ਦੇਸ਼ ਦੇ ਬਾਰਡਰਾਂ ਨੂੰ ਸੁਰੱਖਿਅਤ ਰੱਖਣਾ। ਇਹਦੇ ਵਿੱਚ ਕਿਸਾਨ ਤੇ ਮਜ਼ਦੂਰ ਦਾ ਬੇਟਾ ਜਿਹੜਾ ਵਾ ਉਹੀ ਹੈ। ਕਦੇ ਤੁਸੀਂ ਵੇਖਿਆ ਕਿ ਕੋਈ ਅਬਾਨੀ ਅੰਦਾਨੀ ਦਾ ਬੇਟਾ ਗਿਆ ਹੋਵੇ? ਮੈਂ ਕਹਿੰਦਾ ਵੱਡਾ ਅਫਸਰ ਹੀ ਬਣ ਕੇ ਚਲੇ ਜਾਵੇ, ਲੈਫਟੀਨੈਂਟ ਜਨਰਲ, ਕੈਪਟਨ, ਕੋਈ ਹੋਰ ਵੱਡਾ ਜਿਹੜਾ ਬਣ ਕੇ ਉੱਥੇ ਜਾਵੇ ਵੀ ਹਾਂ ਅਸੀਂ ਜਿਹੜਾ ਵਾ ਡਿਊਟੀ ਕਰ ਰਹੇ, ਦੇਸ਼ ਨੂੰ ਬਚਾ ਰਹੇ ਹਾਂ, ਸਿਵਾਏ ਦੇਸ਼ ਦੀ ਲੁੱਟ ਕਰਨ ਦੇ ਵਿੱਚ ਉਹਨਾਂ ਦਾ ਕੰਮ ਹੋਰ ਕੀ, ਰੋਲ ਕੀ ਉਹਨਾਂ ਦਾ। ਇਸ ਕਰਕੇ ਜਿਹੜਾ ਜੰਮੂ ਸਾਹਿਬ ਪੁਆਇੰਟ ਦੇ ਆਉਂਦਿਆਂ ਹੋਇਆਂ ਕਿਸਾਨ ਜਥੇਬੰਦੀਆਂ ਅਜੇ ਤੱਕ ਬੜੇ ਮੈਚਿਓਰ ਹੋ ਕੇ, बड़ी चंगी तरह के नाल साझा एक अंडरस्टैंडिंग बना के, समझ बना के चल रहे हैं। केंद्र की सरकार की पहुँच नूं बुरी तरह के नाल नंगा कीता है। ये सिर्फ वो जिहड़े उत्थे रिप्रजेंटेटिव गए उन्हां दी बेइज्जती नहीं कीती, ये सारे किसान जथेबंदियां दी, पूरी किसानी दी, पूरे पंजाब दी जिहड़ी आ उन्होंने बेइज्जती केंद्र सरकार ने कीती है। इहदा जिहड़ा कोई चंगा फल जिहड़ा वा चंगा सिट्टा नहीं निकलना। जिहड़ा मसला असीं चाहुंदे आ कि हल होवे, पंजाब का जिहड़ा किसानी का मसला, देश की किसानी का मसला, उस नूं हल करन वाल जाण दी बजाय उन्होंने होर कंपलीकेट कर रहे हैं, उन्होंने होर उलझन दे विच पा रहे हैं। और इस हालतां दे विच पंजाब के किसान जथेबंदियां को कोई होर राह नहीं है सवाए इस दे कि अपना जिहड़ा संघर्ष है उस नूं होर वड्डे पैमाने ते लिआउण, होर वड्डे पद्धर ते विशाल करन, उहदे विच होर पार्टिसिपेशन ਵੱਧ ਹੋਵੇ। और यही गल है जम्मू साहब के ਜਿਹੜਾ इस ते दूजे जावांगे कि किसानां दे ये सारे रुख नूं वेखदे होया पंजाब सरकार भी मजबूर हो गई है कि जिन्हां ने इस इशू नूं डिस्कस करन दे लई, अपनी स्ट्रैटजी तय करन दे लई 19 अक्तूबर नूं विधान सभा का स्पैशल सैशन जिहड़ा इस इशू दे उत्ते सद्दिया। भट्ट साहब सैशन जिहड़ा सद्दिया ਉਹਨੂੰ ਲੈ ਕੇ ਦੋ तरह ਦੀਆਂ ਗੱਲਾਂ ਨੇ ਵੀ ਇੱਕ ਤਾਂ ਇਹੋ ਜਿਹਾ ਹੋ ਸਕਦਾ ਹੈ कि पंजाब नूं एक मंडी ही ऐलान दिता जाए, एक जार्ड बना लिया जाए, तो जिहड़े केंद्र सरकार जिहड़ा प्राइवेट मंडियां खोलना चाहुंदा उस तरीके दियां उन्हां नूं रोकिया जाए। मंडियां उदों ही खुल्लण जे उन्हां दे उपर कोई टैक्स लगदा जां उन्हां दी रजिस्ट्रेशन हुंदी है, जां कल नूं मतलब किसान दा माल खरीदण, मतलब जिहदे कोल आधार कार्ड वो माल खरीदेगा तो उस तो बाद किसान नूं पैसे ही ना मिलण।
मतलब कई किस्म के खदशे ने। तो इस करके वो कोई शर्त जिहड़ी आ जिहड़ियां केंद्रीय एजेंसियां जां प्राइवेट खरीदणगे कोई शर्त है नहीं गी। इस किस्म का कोई ढांचा ही नहीं बनाया गया। इन्नी काल दे विच सारा काम काज किया गया। तो इस दे नाल ही किसानां ने जिहड़े दिल्ली गए सी उन्होंने फैसला किया भी हुण असीं गलबात लई दिल्ली नहीं आवांगे। इहदे बारे तुसीं की कहना? ते दूजे पासे कल उन्हां दी जिहड़ी है केंद्रीय मंत्री स्मृति ईरानी उन्होंने वर्चुअल कानफ्रेंस बठिंडे च करन दी कोशिश की। थोड़ा जो किसानों को पता लगा उत्थे उन्हों का विरोध किया। इस तरीके नाल साबका केंद्रीय मंत्री विजय सापड़ा जो मुक्तसर गए उत्थे भी उन्होंने किसानों ने उन्होंने विरोध किया। तो अखीर उन्होंने जिहड़ा पुलिस ने हिरासत च ले लिया ताकि मतलब मामला अगे ना उलझे। तो इस तरीके नाल दो मामले होए कि बीजेपी की हाई कमांड जिहड़ी आ वो सारियां गल्लां नूं देख नहीं रही जां जानबूझ के ये कन्फरंटेशन के राह ते चलना चाहुंदी। मैं जम्मू साहब पहले ही यह गल कही सी कि जिहड़ी केंद्र दी सरकार का जिहड़ा वतीरा ने सारी समस्या नूं वो बहुत ही नैगेटिव ना पक्षी है और वो चाहुंदे नहीं है। उन्हां दे विच इन्ना ईगोइज्म है, इन्ना उन्हां दे विच आपस विच जिहड़ा वा मतलब आकड़े होए ने जिन्हां नूं कह दईए हठी ने क्योंकि उन्हां दे विच कोई भी जिहड़ा वा इह तरह का नरम वतीरा है ही नहीं कि असी दूसरे की गल सुन के भी उहदे बारे सोच लीए, उहदे बारे गल कर लीए। इस करके वो जान बुझ के किसानों नूं जिहड़ा कह रहे ने देखो असी बनाता कानून, साडी हैगी पार्लीमेंट दे विच एडी वड्डी मेजोरिटी, असी कुछ भी बना सकते हैं, कुछ भी कर सकते हैं। जिहड़ा साडे अगे बोलेगा उहनूं असी जिहड़ा वा वो दसांगे किवें बोलीदा। ए अप्रोच जिहड़ी आ ये बिल्कुल जिहड़ा जमहूरी तौर तरीके आ, लोकतंत्र दे जिहड़े तौर तरीके आ, जिहड़ा प्रोटेस्ट करन दा राइट जिहड़ा साडे संविधान दे विच है, उन्हां सारियां दीयां धज्जियां उड़ा के इस तरीके नाल जिहड़ा बिहेव कर रहे हैं। और ये लीडरशिप तो मैं कहना कि टॉप तो ये सुनेहा है कि तुसीं जिहड़ा वा किसी की गल नहीं सुननी, अपनी ही गल जाके करनी। जिवें प्रधानमंत्री साहब मन की बात करते हैं, तुसीं वो मन की बात ही अपनी जो तुसीं सोचते हो उही जिहड़े आ पंजाब दे विच जाके दसो कि असीं कानून जिहड़े बड़े चंगे आ। हुण इहदे विच जिहड़ी बेसिक चीज़ है वो बड़ा शुरू तो पहले दिन तो ही जदों तो ऑर्डीनेंस जारी कीते सी, जे कानून प्रॉपर तरीके नाल नहीं सी बनिया, उस तो कहंदे आ कि असीं किसान नूं आज़ाद करा दिता। हुण किसान नूं आज़ाद किहदे तो कराता? किसान नूं आज़ाद कराता वो जिहड़ी घट्टो घट्ट कीमत सी उहदे विचों कढता भी तैनूं हुण असीं घट्टो घट्ट कीमत जिहड़ी अनाज दी है, जीरी दी, झोने दी, कणक दी वो नहीं देनी है। कितों कराता? जिहड़े साडा मंडी सिस्टम बनिया होया सी उहदे चों कराता। वो आज़ाद चों कढ के कहंदे तुसीं जिथे मर्जी हुण वेच सकदे हो। हुण एक साडी पंजाब दी एक छोटी किसानी है जिहदे विचों जिहड़ा वा किसे कोई 3 एकड़ 4 एकड़ एवरेज जिहड़ा वा 3-4 एकड़ 5 तक जिहड़ा वो है, बहुत घੱਟ रेयर है जिहड़े मतलब 50-100 एकड़ दे विच होण। हुण जिहड़ा 3-4 एकड़ वाला वा वो आपदियां 4 ट्रालियां जां 5 ट्रालियां जां 6 ट्रालियां 10 ट्रालियां मान लो 2 ट्रक भी कहे वो इत्थों जाके केरला बेचन जाएगा, केरला बेचन जाएगा। मतलब किस तो आज़ाद करा दिता? ये सिर्फ आज़ादी जिहड़ी दित्ती गई आ ये सरमाएदारां नूं दित्ती गई है, कैपिटलिस्टां नूं दित्ती गई है, कारपोरेट जिहड़े हाउस है उन्हां नूं आज़ादी दित्ती गई है कि तुहाडे ते कोई टैक्स नहीं। जिन्ने टैक्स पहला मंडीकरण का टैक्स जिहड़ा वा वो लग रहा सी, पंजाब दीयां सड़कां ते जिहड़े बन रही सी उहदा ढांचा जिहड़ा इंफ्रास्ट्रक्चर है वो टैक्स लग रहा सी। होर इस तरह के जिहड़े आ टैक्स जिहड़े आ वो केंद्रीय एजेंसियां नूं देने पैंदे सी जिहड़ियां कि सेंटर दीयां एजेंसियां सी, आड़तीए नूं जांदा सी। हुण सारा कुछ ही कढ के 2.5% आड़तीए दा सी, वो सारा कुछ ही लेबर दा सी, सारा कुछ ही कढ के एक जिहड़ा वपारी है, सरमाएदार है, कारपोरेट हाउस है, उन्हां नूं खुली छुट्टी जिहड़ी दे दित्ती गई है। तुहाडे ते कोई टैक्स नहीं, तुसीं आपदी मन मर्जी नाल खरीदो, जिवें मर्जी करो, जिथे मर्जी जे किसान दे जो लोड़ है उत्थे खेत दे विच जाके खरीद लो, अपनी दुकान जिहड़ी बनाई है उहदे विच खरीद लो। यह जिन्ना मंडियां दा ढांचा वा ये सारा उजड़ पुजड़ जाऊगा। इत्थे कां बोलणगे, इत्थे चमगिद्दड़ जिहड़े आपदा मजे लिया करनगे, वो सारा ढांचा खत्म हो जाऊगा। जिहड़े टैक्सां दे विचों निकल के पंजाब दीयां सड़कां असीं कहने आ अजे तक बड़ा अच्छा सड़क का प्रबंध है मोटे तौर के उत्ते बाकी सूबे के नालों। एक पिंड नूं 4-4 सड़कां जिहड़ियां वा वो लग रही, अप्रोच रोड जिन्होंने असीं कह रहे हैं, वो सारा ढांचा जिहड़ा खत्म हो जाऊगा। और इहदा एक बहुत बड़ा नुकसान जिहड़ा होना इस नूं सामने रखते सारे कॉन्सीक्वेंस जिहड़े आ सामने रखते हुए किसानों की आवाज़ नूं सुनते हुए पंजाब की गौरमेंट जिहड़ी अजे तक बड़ी पॉजिटिव चल रही है। उन्होंने पंजाब की गौरमेंट ने एक स्पैशल सैशन सदन की कोशिश की है 19 अक्तूबर नूं, जिहदे विच जिहड़े उन्हां दे एक्सपर्ट है
ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ। ਕੱਲ ਜਿਹੜੇ ਆ 2 ਮੰਤਰੀ ਗਏ ਸੀ, ਉਹਨਾਂ ਦੇ ਨਾਲ ਗੱਲਬਾਤ ਕਰ ਉਹਨਾਂ ਨੇ ਸੁਣਿਆ। ਉਹਦੇ ਮੁਤਾਬਕ ਜਿਹੜਾ ਵਾ ਉਹ ਕੋਈ ਬਿੱਲ ਲਿਆਉਣ ਦੀ ਜਿਹੜੀ ਗੱਲ ਜਿਹੜੀ ਆ ਉਹ ਕਰ ਰਹੇ ਨੇ ਕਿ ਜਿਹੜਾ ਵਾ ਅਸੈਂਬਲੀ ਦੇ ਵਿੱਚ ਲਿਆਂਦਾ ਜਾਵੇ, ਜਿਹਦੇ ਵਿੱਚ ਬੜੇ ਤਰੀਕੇ ਦੇ ਨਾਲ ਕਰਨਾ ਪੈਣਾ ਵਾ ਕਿ ਜਿਹੜੇ 3 ਕਾਨੂੰਨ ਬਣੇ ਨੇ, ਕਾਲੇ ਕਾਨੂੰਨ ਬਣੇ ਨੇ ਸੈਂਟਰ ਦੇ, ਉਹਨਾਂ ਕਾਨੂੰਨਾਂ ਦਾ ਕਿਸ ਤਰੀਕੇ ਨਾਲ ਬਾਈਪਾਸ ਕਰਕੇ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਬਣਾ ਦਈਏ ਜਿਹਦੇ ਵਿੱਚ ਜਿਹੜਾ ਵਾ ਕਿਸੇ ਤਰ੍ਹਾਂ ਦਾ ਉਹ ਦਖਲ ਅੰਦਾਜ਼ੀ ਨਾ ਕਰ ਸਕਣ। ਉਹਦੇ ਚੋਂ ਇੱਕ ਆਪਸ਼ਨ ਹੈ ਜਿਹੜਾ ਜੰਮੂ ਸਾਹਿਬ ਤੁਸੀਂ ਕੀ ਕਿਹਾ ਕਿ ਪੰਜਾਬ ਦੀ ਸਾਰੀ ਜਿਹੜੀ ਹੈ ਪੰਜਾਬ ਪੂਰੇ ਨੂੰ ਇੱਕ ਮੰਡੀ ਜਿਹੜਾ ਵਾ ਉਹ ਐਲਾਨ ਕਰ ਦਿੱਤਾ ਜਾਵੇ ਕਿ ਜਿੰਨੀ ਵੀ ਖਰੀਦ ਹੋਏਗੀ, ਜੋ ਵੀ ਹੋਏਗਾ, ਉਹ ਇਸ ਮੰਡੀ ਦੇ ਵਿੱਚ ਜਿਹੜਾ ਵਾ ਖਰੀਦ ਕੀਤੀ ਜਾਏਗੀ ਤੇ ਬਾਹਰਲਾ ਜਿਹੜਾ ਪ੍ਰਾਈਵੇਟ ਵਪਾਰੀ ਹੈ ਉਹ ਇਸ ਤੋਂ ਬਾਹਰ ਜਿਹੜਾ ਪੰਜਾਬ ਦੇ ਵਿੱਚੋਂ ਆਪਣੇ ਤੌਰ ਦੇ ਉੱਤੇ ਕੋਈ ਚੀਜ਼ ਜਿਹੜਾ ਨਹੀਂ ਖਰੀਦ ਸਕਦਾ। ਹੋਰ ਵੀ ਆਪਸ਼ਨ ਕੀ ਹੋ ਸਕਦੇ ਨੇ। ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਟੈਕ ਹੈ ਉਹ ਸੰਘਵਾਦ ਦੇ ਉੱਤੇ ਇਹਨਾਂ ਕਾਨੂੰਨਾਂ ਕਰਕੇ ਜਿਹੜਾ ਐਗਰੀਕਲਚਰ ਦਾ ਜਿਹੜਾ ਖੇਤੀਬਾੜੀ ਦਾ ਜਿਹੜਾ ਇਸ਼ੂ ਹੈ ਉਹ ਪੰਜਾਬ ਦੇ ਥੱਲੇ ਆਉਂਦਾ, ਸੂਬਿਆਂ ਦੇ ਜਿਹੜਾ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਸੈਂਟਰ 'ਚ ਨਹੀਂ। ਪਰ ਸਾਰਾ ਕੁਝ ਇਹ ਖਤਮ ਕਰਕੇ ਜਿਹੜਾ ਇੱਕ ਅਪਰੋਚ ਪਿਛਲੇ ਸਮੇਂ ਤੋਂ ਇਹ ਸਰਕਾਰ ਦੀ ਚੱਲ ਰਹੀ ਹੈ ਕਿ ਅਸੀਂ ਇਹ ਜਿਹੜਾ ਸੰਘੀ ਢਾਂਚਾ ਜਿਹਦੇ ਵਿੱਚ ਰਾਜਾਂ ਦੇ ਅਧਿਕਾਰ ਹੈ ਉਹਨਾਂ ਨੂੰ ਖਤਮ ਕਰਕੇ ਸਾਰੀਆਂ ਪਾਵਰ ਜਿਹੜੀਆਂ ਇੱਕ ਜਗ੍ਹਾ ਦੇ ਉੱਤੇ ਕਰ ਰਹੀਆਂ। ਜਿਵੇਂ ਤੁਸੀਂ ਆਪਾਂ ਦੇਖਦੇ ਹਾਂ ਕਿ ਸਾਰੀ ਸਰਕਾਰ ਵੀ ਇੱਕ ਹੀ ਬੰਦਾ ਜਿਹੜਾ ਵਾ ਉਹ ਚਲਾ ਰਿਹਾ। ਇਸੇ ਤਰ੍ਹਾਂ ਦੇ ਨਾਲ ਜਿਹੜਾ ਵਾ ਉਹਦਾ ਜਿਹੜਾ ਉਹਨਾਂ ਦੀ ਨੀਤੀ ਹੈ ਪੂਰੀ ਦੀ ਪੂਰੀ ਉਸ ਦੇ ਮੁਤਾਬਕ ਜਿਹੜਾ ਵਾ ਉਹ ਅੱਗੇ ਕੈਲਕੂਲੇਟ ਤਰੀਕੇ ਨਾਲ ਚੱਲ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੀਤੀਆਂ ਦੇ ਮਾੜੇ ਸਿੱਟੇ ਸਾਡੇ ਦੇਸ਼ ਦੇ ਲਈ ਨਿਕਲਣਗੇ। ਇੱਥੇ ਭੱਟ ਸਾਹਿਬ ਅਸੀਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। 501 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ
ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर सोशल चेंज। विजिट और कॉल। मोर इन्फॉर्मेशन जैसी सिंह एंड साजिद तरार। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। ਫਾਰ ਮੋਰ ਇਨਫੋਰਮੇਸ਼ਨ ਕਾਲ ਗੁਰਮੀਤ ਮੱਲੀ। प्यारे दर्शकों, ब्रेक तो बाद फिर तुहाडा स्वागत है। असी गलबात पंजाब के किसानों बारे कर रहे सी। हुण अगला जिहड़ा साडा गुआढ़ी सूबा है जम्मू कश्मीर। जम्मू कश्मीर दे विच पिछले साल 5 अगस्त 2019 नूं जिहड़ा है उत्थे जिहड़ा है उन्हां नूं तोड़ दिता गया। धारा 300 खत्म कर दित्ती गई ते उस दे नाल ही जिहड़ा 35 ये भी खत्म कर दित्ती सी ते 2 यूटी बना दिते गए सीगे ते एक यूटी जम्मू कश्मीर रह गया, दूजा लद्दाख बना दिता गया। उस तो बाद जिहड़ा बहुत सारे आगूआं दी गिरफ्तारियां होईयां, अजे भी कुछ लोग गिरफ्तार ने, पर लीडरशिप जिहड़ी है बहुती छड्ड दित्ती। काफ़ी सारे लोगों नूं रिहा कर दिता गया। कल उन्हां दे आगूआं ने, फरूक अब्दुल्ला ने, साबका जिहड़ी मुख मंत्री है मुफ्ती महबूबा मुफ्ती, उन्होंने तो कुछ होर आगूआं ने मीटिंग करके एक अलायंस बनाया। वो अलायंस इसलिए बनाया भी जिन्ना चिर धारा 370 जिहड़ी है रिस्टोर नहीं हुंदी, बहाल नहीं हुंदी, उन्ना चिर तक असी अंदोलन करांगे। पंजाब दे विच किसानां दा अंदोलन है, दूजे पासे जम्मू कश्मीर दे विच जिहड़ा वो धारा 370 की बहाली लई ते उस स्टेट हुड बहाली लई वो अंदोलन शुरू कर देणगे। इस गल नूं तुसीं किवें देखदे हो जी? जम्मू साहब, जदों साडा जिहड़ा वा वो आज़ादी सानूं मिली ते उस वेले एक जम्मू कश्मीर जिहड़ा एक उस वेले जिहड़ा किंगडम सी जां एक रजवाड़ाशाही जिहड़ी उत्थे उस वेले सी, एक जिहड़ा वो सूबा बनिया जिहड़ा एक प्रॉब्लमैटिक बनिया। बाकी सारा जिहड़ा सी उन्होंने मोटे तौर के उत्ते हल कर रहा गया। जिहड़ा कंपलीकेटेड सी इन दी सेंस कि राजा हरी सिंह जिहड़ा राजा सी, पॉपूलेशन जिहड़ी ज़्यादा वा वो मुसलमान बरादरी दी सी, किस पासे जिहड़ा जावे। राजा जिहड़ा चाहुंदा सी मैं अपना आज़ाद अपना देश जिहड़ा बनावां, पर प्रैशर बहुत ज़्यादा सी दोनों पासियों। पाकिस्तान कहंदा असीं आपदे नाल लाउणा, इस पासे असीं कहंदे असीं आउणा। इस दे संदर्भ दे विच जिहड़ा वा वो हालात जिहड़े बने, जिहदे विच उस वेले जिहड़ा सी सरकार ने उहदी खास हालातां नूं समझदिआं होइआं उत्थे धारा 370 जिहड़ी लाई सी, जिहदा मतलब ये सी कि इहनूं असीं एक जिहड़ी लिमिटेड खुद मुख्तियारी जिहड़ी है वो दिन्ने आ, इंडिया दा पार्ट रहेगा, पर अपने तौर दे उत्ते इन्हां दे आपदे कानून होणगे, आपदा झंडा होएगा, आपदे जिहड़ा उन्हां दा सिस्टम जिहड़ा वा वो चलेगा। यह बड़ा लंबा समय तो बीजेपी की मंग सी कि इनू खत्म किया जाए, इनू खत्म किया जाए। हुण वो सारा कुछ जिहड़ा वा 1 साल तो वध समा पहलां ये खत्म करदा, खत्म करन दा उही स्लोगन जिहड़ा सी इस सरकार दे वल्लों जिहड़ा किसानां दा कि असीं किसानां नूं आज़ाद करा दिता। हुण उही स्लोगन जिहड़ा साल पहलां ये सी कि असीं कश्मीर दे लोकां नूं आज़ाद करा दिता। उत्थे हुण इन्ना वड्डा विकास जिहड़ा वो होएगा जिहदे नाल सारे कश्मीर दी जिहड़ियां समस्यावां ने वो हल हो जाणगीਆਂ। उत्थे अनएम्पलॉयमेंट हल हो जाएगी, उत्थे जिहड़े रोजगार हो जाएगा, इंडस्ट्री आएगी ते बड़ा खुशहाल सूबा जिहड़ा वा वो बना दिता जाएगा। ये सारा कुछ दी बैकग्राउंड दे विच जिहड़ा कीता और उहदा फस्ट स्टैप की सी कि जिन्ने सारे उत्थे पोलीटिकल लीडर सी
ਜਿਹੜੇ ਮੇਨ ਸਟ੍ਰੀਮ ਲੀਡਰ ਸੀ, ਜਿਹੜੇ ਲੋਕਤੰਤਰ ਦੇ ਵਿੱਚ ਭਾਗ ਲੈਂਦੇ ਆ, ਜਮਹੂਰੀਅਤ ਦੇ ਵਿੱਚ ਹਿੱਸਾ ਲੈਂਦੇ ਆ, ਜਿਹੜੇ ਹਿੰਸਾ ਦੇ ਖਿਲਾਫ, ਵਾਇਲੈਂਸ ਦੇ ਖਿਲਾਫ, ਉਹਨਾਂ ਸਾਰਿਆਂ ਨੂੰ ਚੱਕ ਕੇ ਜਿਹੜਾ ਸੀ ਉਹ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਅੰਦਰ ਜਿਹੜਾ ਜੇਲ੍ਹਾਂ ਦੇ ਵਿੱਚ ਜਿਹੜਾ ਵਾ ਜਾਂ ਡਿਟੈਂਸ਼ਨ ਕੈਂਪ ਦੇ ਵਿੱਚ ਜਿੱਥੇ ਵੀ ਸੀ ਬੰਦ ਕਰ ਦਿੱਤਾ। ਕੋਈ ਬਾਹਰ ਦੇ ਨਾਲ ਸੰਬੰਧ ਨਹੀਂ ਹੈ ਤੇ ਬੜੀ ਸਖਤੀ ਦੇ ਨਾਲ ਜਿਹੜੇ ਆ ਉਹ ਹਾਲਾਤ ਉੱਥੇ ਇਸ ਤਰ੍ਹਾਂ ਦੇ ਪੈਦਾ ਕੀਤੇ। ਹੁਣ ਸਵਾਲ ਇਹ ਆ ਕਿ ਜੇ ਸਾਰਾ ਕੁਝ ਹੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੱਕ ਦੇ ਵਿੱਚ ਹੈ, ਉਹਨਾਂ ਨੂੰ ਆਜ਼ਾਦ ਕਰਾਉਣ ਲਈ ਹੈ, ਉਹਨਾਂ ਦੇ ਹਾਲਾਤਾਂ ਨੂੰ, ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਹੈ, ਤਾਂ ਸਾਰੇ ਦੇ ਸਾਰੇ ਲੋਕ ਤਾਂ ਜਿਹੜੇ ਆ ਉਹ ਵਿਰੋਧ ਕਰ ਰਹੇ ਇਸ ਗੱਲ ਦਾ। ਹੁਣ ਪਿਛਲੇ 1 ਸਾਲ ਤੋਂ ਵੱਧ ਸਮਾਂ ਹੋ ਗਿਆ, 1 ਸਾਲ 2 ਮਹੀਨੇ ਹੋ ਗਿਆ। ਇਸ 1 ਸਾਲ 2 ਮਹੀਨੇ ਦੇ ਵਿੱਚ ਕਿੰਨੀ ਇੰਡਸਟਰੀ ਉੱਥੇ ਆ ਗਈ, ਤੁਸੀਂ ਕਹਿ ਕੇ ਅਸੀਂ ਉੱਥੇ ਇੰਡਸਟਰੀ ਲੈ ਕੇ ਜਾਵਾਂ, ਕਿੰਨੀ ਪ੍ਰੋਸਪੈਰਿਟੀ ਆ ਗਈ, ਕਿੰਨੇ ਹਾਲਾਤ ਜਿਹੜੇ ਵਾਇਲੈਂਸ ਘਟ ਗਈ ਤੇ ਕਿੰਨੇ ਹਾਲਾਤ ਜਿਹੜੇ ਆ ਉਹ ਬਿਹਤਰ ਹੋਏ। ਇਹ ਸਾਰਾ ਕੁਝ ਦਾ ਉਂਝ ਹੀ ਜਿਹੜਾ ਚੱਲ ਰਿਹਾ, ਬਲਕਿ ਹਾਲਾਤ ਹੋਰ ਮਾੜੇ ਪਾਸੇ ਵੱਲ ਨੂੰ ਵੱਧ ਰਹੇ ਆ। ਇੱਕ ਲੋਕਾਂ 'ਚ ਜਿਹੜੀ ਇਹ ਭਾਵਨਾ ਸੀ 370 ਨੂੰ ਲੈ ਕੇ ਕਿ ਨਹੀਂ ਸਾਡੇ ਆਪ ਦੇ ਖੁਦ ਮੁਖਤਾਰੀ ਆ, ਸਾਡੇ ਆਪ ਦੇ ਅਧਿਕਾਰ ਨੇ, ਉਹੀ ਜਿਵੇਂ ਅਸੀਂ ਕਹਿੰਦੇ ਸੀ ਕਿ ਜਿਹੜੇ ਰਾਜ ਆ ਉਹ ਵੀ ਸਮਝਦੇ ਆ ਸਾਰੇ ਪੰਜਾਬ ਹਿੰਦੁਸਤਾਨ ਦੇ ਕਿ ਸਾਡੇ ਆਪਣੇ ਇੱਕ ਰਾਈਟ ਨੇ ਸੰਵਿਧਾਨ ਦੇ ਤੌਰ ਤੇ, ਖੇਤੀਬਾੜੀ, ਹੈਲਥ, ਐਜੂਕੇਸ਼ਨ, ਟਰਾਂਸਪੋਰਟ, ਹੋਰ ਕਿੰਨੇ ਜਿਹੜੇ ਆ ਕਿ ਜਿਹੜੇ ਅਸੀਂ ਆਪ ਹੀ ਕਾਨੂੰਨ ਬਣਾ ਸਕਦੇ ਆ, ਉਹਦੇ ਵਿੱਚ ਜਿਹੜਾ ਕੇਂਦਰ ਦਾ ਕੋਈ ਲੈਣਾ ਦੇਣਾ ਜਿਹੜਾ ਉਹ ਨਹੀਂ ਹੈ। ਇਸੇ ਤਰ੍ਹਾਂ ਨਾਲ ਉੱਥੋਂ ਦੀ ਫੀਲਿੰਗ ਸੀ ਜਿਵੇਂ ਬਾਕੀ ਹਿੰਦੁਸਤਾਨ ਦੇ ਵਿੱਚ ਸੂਬਿਆਂ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ, ਖੋਇਆ ਜਾ ਰਿਹਾ। ਇਹੀ ਕੋਸ਼ਿਸ਼ ਜਿਹੜੀ ਆ ਉਹ ਜੰਮੂ ਕਸ਼ਮੀਰ ਦੇ ਵਿੱਚ ਕੀਤੀ ਗਈ, ਜਿਨ੍ਹਾਂ ਨੇ ਲੋਕਾਂ ਦੇ ਵਿੱਚ ਇੱਕ ਮਾੜਾ ਜਿਹੜਾ ਪ੍ਰਭਾਵ ਹੈ ਉਹ ਛੱਡਿਆ। ਇਸ ਕਰਕੇ ਦੇਖੋ ਜਿੰਨਾ ਮਰਜ਼ੀ ਤੁਸੀਂ ਇਹਨੂੰ ਬਣਾ ਲਓ, ਇਹ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੁੰਦੀ ਕਿ ਅਮਨ ਕਾਨੂੰਨ ਦੀ ਪ੍ਰੋਬਲਮ ਹੈ, ਜਿੱਥੇ ਕੁਝ ਬੰਦੇ ਬੰਦੂਕਾਂ ਚੱਕ ਕੇ ਕਰ ਰਹੇ ਨੇ, ਅਸੀਂ ਉਹਨਾਂ ਨੂੰ ਮਾਰ ਦਾਂਗੇ, ਖਤਮ ਕਰ ਦਾਂਗੇ ਤੇ ਹੱਲ ਹੋ ਜੂ। ਇੱਕ ਸਿਆਸੀ ਪ੍ਰੋਬਲਮ ਹੈ, ਪਿਛਲੇ ਲੰਬੇ ਸਮੇਂ ਤੋਂ ਸਿਆਸੀ ਇਸ਼ੂ ਜਿਹੜਾ ਉਹ ਚੱਲਿਆ ਆ ਰਿਹਾ, ਜਿਹਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਇਕੱਲੀ ਆਪਣੀ ਮਨ ਦੀ ਬਾਤ ਨਾ ਕਰੋ, ਲੋਕਾਂ ਦੇ ਦਿਲ ਦੀ ਗੱਲ ਸੁਣ ਕੇ, ਲੋਕਾਂ ਦੇ ਜਿਹੜੇ ਹੈ ਬਹੁਤ ਵੱਡਾ ਹਿੱਸਾ ਜੰਮੂ ਕਸ਼ਮੀਰ ਦੇ ਲੋਕਾਂ ਦਾ ਜਿਹੜਾ ਹਿੰਦੁਸਤਾਨ ਦੇ ਨਾਲ ਅਮਨਪੂਰਵਕ ਰਹਿਣਾ ਚਾਹੁੰਦਾ, ਸਾਡੇ ਦੇਸ਼ ਦੇ ਨਾਲ। ਕੋਈ ਨਹੀਂ ਹੈ ਵੀ ਸਾਰੇ ਦੇ ਸਾਰੇ ਉੱਥੇ ਜਿਹੜੇ ਉਹ ਅੱਤਵਾਦੀ ਬਣ ਗਏ ਆ ਜਾਂ ਹਿੰਦੁਸਤਾਨ ਦੇ ਵਿਰੋਧੀ ਬਣ ਗਏ, ਪਰ ਲੋਕਾਂ ਨੂੰ ਉਸ ਪਾਸੇ ਵੱਲ ਨੂੰ ਨਾ ਧੱਕੀਏ, ਉਹਨਾਂ ਨੂੰ ਨਾਲ ਜੋੜੀਏ। ਅਸੀਂ ਇਹ ਨਾ ਕਰੀਏ ਇਕੱਲਾ ਕਿ ਕਸ਼ਮੀਰ ਸਾਡਾ, ਅਸੀਂ ਇਹ ਵੀ ਕਹੀਏ ਕਸ਼ਮੀਰੀ ਵੀ ਸਾਡੇ ਨੇ, ਉਹ ਵੀ ਸਾਡੇ ਜਿਹੜੇ ਹਿੰਦੁਸਤਾਨ ਦੇ ਬਰਾਬਰ ਦੇ ਨਾਗਰਿਕ ਨੇ। ਜੇ ਕਸ਼ਮੀਰ ਨੂੰ ਨਾ ਰੱਖਣਾ ਤੇ ਕਸ਼ਮੀਰੀ ਲੋਕਾਂ ਨੂੰ ਵੀ ਜਿਹੜਾ ਅਸੀਂ ਨਾਲ ਰੱਖਣਾ, ਉਹਨਾਂ ਦੇ ਵੀ ਦਿਲ ਦੀ ਗੱਲ ਸੁਣ ਕੇ ਸਾਰੀਆਂ ਜਿਹੜੀਆਂ ਪੋਲੀਟੀਕਲ ਫੋਰਸਿਸ ਨੇ, ਫਰੂਕ ਅਬਦੁੱਲਾ ਹੈ, ਜਿਹੜਾ ਅਬਦੁੱਲਾ ਹੈ, ਦੂਸਰੇ ਬਾਕੀ ਪੋਲੀਟੀਕਲ ਫੋਰਸਿਸ ਨੇ, ਸਾਰੀਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਗੱਲ ਸੁਣ ਕੇ ਇਹਦਾ ਸਿਆਸੀ ਹੱਲ ਸਹਿਮਤੀ ਦੇ ਨਾਲ ਕੱਢਿਆ ਜਾ ਸਕੇ, ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਹਾਂ ਸਾਡੀ ਵੀ ਗੱਲ ਜਿਹੜੀ ਹੈ ਉਹ ਸੁਣੀ ਜਾ ਰਹੀ ਹੈ। ਦੋਨੋਂ ਪਾਸੇ ਡਾਇਲੋਗ ਹੈ, ਡਾਇਲੋਗ ਕਦੇ ਵੀ ਜਿਹੜਾ ਹੈ ਉਹ ਇੱਕ ਤਰਫਾ ਨਹੀਂ ਹੁੰਦਾ, ਤਾੜੀ ਜਿਵੇਂ ਕਿੰਨੇ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ, ਇਹ ਦੋਨੋਂ ਪਾਸੇ ਗੱਲ ਹੋਊਗੀ ਤਾਂ ਹੀ ਚੱਲਣਾ। ਤੇ ਇਹਦੇ ਪਾਸੇ ਸੀਰੀਅਸਲੀ ਕਦਮ ਜਿਹੜੇ ਉਹ ਪੁੱਟੇ ਜਾਣ ਤਾਂ ਕਿ ਜਿਹੜਾ ਨੁਕਸਾਨ ਹੋਇਆ ਉਸ ਨੁਕਸਾਨ ਨੂੰ ਜਿਹੜਾ ਕੰਟਰੋਲ ਕਰਕੇ ਹਾਲਾਤਾਂ ਨੂੰ ਜਿਹੜਾ ਵਾ ਠੀਕ ਕੀਤਾ ਜਾ ਸਕੇ ਤੇ ਲੋਕਾਂ ਨੂੰ ਨਾਲ ਜੋੜਿਆ ਜਾਵੇ। ਮੇਰਾ ਖਿਆਲ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਕਦਮ ਤਾਂ ਜ਼ਰੂਰ ਕਸ਼ਮੀਰ ਬਾਰੇ ਲੈਣੇ ਚਾਹੀਦੇ ਆ, ਇਹ ਜ਼ਰੂਰੀ ਲੈਣੇ ਪੈਣੇ ਆ। ਅਦਰਵਾਈਜ਼ ਜੰਮੂ ਸਾਹਿਬ ਕੋਈ ਜਿਹੜਾ ਵਾ ਹੱਲ ਇਸ ਦਾ ਕੱਲਾ ਜਿਹੜਾ ਵਾ ਅਮਨ ਕਾਨੂੰਨ ਦਾ ਆਰਡਰ ਹੱਲ ਨਹੀਂ ਹੈ। ਬੜੇ ਸਟੈਪ ਜਿਹੜੇ ਆ ਉਹ ਬੜੇ ਬੋਲਡ ਤਰੀਕੇ ਨਾਲ ਸਟੈਪ ਜਿਹੜੇ ਚੁੱਕਣੇ ਪੈਣੇ ਆ ਤੇ ਤਾਂ ਹੀ ਜਿਹੜਾ ਵਾ ਮਸਲਾ ਕਿਸੇ ਬੰਨੇ ਲੱਗਣਾ। ਇਹ ਕੋਈ ਤੁਸੀਂ ਜਿਹੜਾ ਸਾਰਿਆਂ ਨੂੰ ਜਿਹੜਾ ਡਿਟੈਂਸ਼ਨ ਕੈਂਪਾਂ 'ਚ ਧੱਕ ਦੋ, ਉਹ ਕੋਈ ਹੱਲ ਨਹੀਂ। ਕੱਲੀ ਫੌਜ ਜਾਂ ਪੁਲਿਸ ਜਾਂ ਜਿਹੜੀਆਂ ਹੋਰ ਸਿਕਿਉਰਿਟੀ ਫੋਰਸਿਸ ਹੈ ਉਹ ਹੱਲ ਨਹੀਂ ਕੱਢ ਸਕਦੀਆਂ। ਜਿਹੜਾ ਸਿਆਸੀ ਹੱਲ ਹੈ ਕਿਸੇ ਵੀ ਮਸਲੇ ਦਾ, ਸਿਆਸੀ ਹੱਲ ਸਿਰਫ ਪੋਲੀਟੀਕਲ ਲੀਡਰਸ਼ਿਪ ਹੀ ਜਿਹੜਾ ਉਹ ਕੱਢ ਸਕਦੇ ਆ, ਜਿਹੜਾ ਸਾਨੂੰ ਕੱਢਣਾ ਚਾਹੀਦਾ ਸਾਰੀਆਂ ਸਿਆਸੀ ਤਾਕਤਾਂ ਨੂੰ ਨਾਲ ਲੈ ਕੇ। ਭੱਟ ਸਾਹਿਬ, ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਾਡਾ ਅੱਜ ਦਾ ਸਮਾਂ ਸਮਾਪਤ ਹੋ ਰਿਹਾ। ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ-ਬਹੁਤ ਧੰਨਵਾਦ। ਬਹੁਤ ਮਿਹਰਬਾਨੀ।